ਲਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮੈਰ ਵਕਾਰ ਅਨਵਰ। ਗੁਜਰਾਂਵਾਲਾ ਦੇ ਅੰਦਰ ਇੱਕ ਇੰਤਹਾਈ ਅਫਸੋਸਨਾਕ ਦਿਲ ਖਰਾਸ਼ ਵਾਕਿਆ ਬਣਿਆ ਹੈ। ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਕਿ ਮੈਂ ਉਹਨੂੰ ਕਿਸ ਤਰ੍ਹਾਂ ਬਿਆਨ ਕਰਾਂ। ਜੇਲੀ ਅਮਲ ਅੱਜ ਵੀ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਕਰਦੇ ਪਏ ਨੇ। ਇਸੇ ਤਰ੍ਹਾਂ ਹੀ ਇੱਕ ਮਾਸੂਮ ਬੱਚੀ ਨੂੰ ਜ਼ਿੰਦਾ ਜਲਾਉਣ ਦਾ ਵਾਕਿਆ ਬਣਿਆ ਹੈ। ਤੁਸੀਂ ਸੋਚ ਨਹੀਂ ਸਕਦੇ ਕਿ ਇਸ ਕਦਰ ਵੀ ਜਿਹੜੇ ਜੇਲੀ ਅਮਲ ਨੇ ਰੁਪਈਏ ਕਮਾਉਣ ਵਾਸਤੇ ਮਾਸੂਮ ਬੱਚਿਆਂ ਦੀਆਂ ਜਾਨਾਂ ਦੇ ਨਾਲ ਖੇਲ ਸਕਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਮਾਸੂਮ ਬੱਚੀ ਦੇ ਨਾਲ ਵਾਕਿਆ ਬਣਿਆ, ਜਿਹਨੂੰ ਕਾਲਾ ਇਲਮ ਤੇ ਜਿੰਨਾਤ ਦਾ ਦੱਸ ਕੇ ਜ਼ਿੰਦਾ ਜਲਾਉਣ ਦਾ ਕੰਮ ਕੀਤਾ ਜਾਂਦਾ ਪਿਆ ਸੀ, ਇਹ ਬੜਾ ਦਿਲ ਖਰਾਸ਼ ਵਾਕਿਆ ਹੈ। ਇਸ ਤਰ੍ਹਾਂ ਦੇ ਪਹਿਲੇ ਵੀ ਕਾਫੀ ਜ਼ਿਆਦਾ ਜਿਹੜੇ ਵਾਕਿਆਤ ਨੇ ਪੰਜਾਬ ਦੇ ਵਿੱਚ ਬਣ ਚੁੱਕੇ ਨੇ। ਉਸ ਦੇ ਬਾਵਜੂਦ ਵੀ ਜਿਹੜੀਆਂ ਔਰਤਾਂ ਨੇ ਫਿਰ ਇਸ ਤਰ੍ਹਾਂ ਦੇ ਜਿਹੜੇ ਜੇਲੀ ਅਮਲ ਨੇ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਨੇ। ਤੇ ਇਹ ਬੜਾ ਦਿਲ ਖਰਾਸ਼ ਵਾਕਿਆ ਬਣਿਆ, ਜਿੰਦੇ ਵਿੱਚ ਮਾਸੂਮ ਬੱਚੀ ਨੂੰ ਜ਼ਿੰਦਾ ਜਲਾਉਣ ਦਾ ਕੰਮ ਕੀਤਾ ਜਾਂਦਾ ਪਿਆ ਸੀ। ਉਸ ਤੋਂ ਬਾਅਦ ਸੀਸੀਪੀਓ ਗੁਜਰਾਂਵਾਲਾ ਨੇ ਫੌਰੀ ਕਾਰਵਾਈ ਕਰਕੇ ਉਸ ਮਾਸੂਮ ਬੱਚੀ ਨੂੰ ਲਾਹੌਰ ਹਸਪਤਾਲ ਦੇ ਵਿੱਚ ਮੁੰਤਕਲ ਕੀਤਾ ਹੈ। ਉਸ ਤੋਂ ਬਾਅਦ ਉਹਦੀ ਜਿਹੜੀ ਜਾਨ ਹੈ ਉਹ ਬਚ ਗਈ ਹੈ। ਇਹ ਬੜਾ ਦਿਲ ਖਰਾਸ਼ ਵਾਕਿਆ ਹੈ। ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਅਗਰ ਗੱਲ ਕੀਤੀ ਜਾਵੇ ਜੇਲੀ ਆਮਲਾਂ ਦੀ, ਤੇ ਜਿਹੜੇ ਜੇਲੀ ਪੀਰ ਬਣ ਕੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਪਏ ਨੇ, ਇਸ ਟਾਈਮ ਰੂਜ ਦੇ ਉੱਤੇ ਪਾਏ ਜਾਂਦੇ ਪਏ ਨੇ। ਬੜੇ ਅਫਸੋਸ ਦੀ ਗੱਲ ਏ ਕਿ ਜਿਹੜੀਆਂ ਖਵਾਤੀਨ ਨੇ ਇਸ ਤਰ੍ਹਾਂ ਦੇ ਜੇਲੀ ਆਮਲਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੀਆਂ ਨੇ, ਤੇ ਉਸ ਤੋਂ ਬਾਅਦ ਆਪਦੀ ਜਿਹੜੇ ਜਾਨ ਦੇ ਟੋਟੇ ਹੁੰਦੇ ਨੇ, ਜਾਨ ਦਾ ਜਿਗਰ ਹੁੰਦੇ ਨੇ, ਉਹਨਾਂ ਨੂੰ ਜੇਲੀ ਆਮਲਾਂ ਦੇ ਹਵਾਲੇ ਕਰ ਦਿੰਦੇ ਨੇ ਕਿ ਇਹਨਾਂ ਦੇ ਉੱਤੇ ਤੁਸੀਂ ਜਾਦੂ ਟੋਨਾ ਕਰੋ। ਜਦਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਬਿਲਕੁਲ ਨਹੀਂ ਕਰਨੇ ਚਾਹੀਦੇ। ਇਹਦੇ ਉੱਤੇ ਹਕੂਮਤ ਨੇ ਕਈ ਦਫਾ ਕ੍ਰੈਕਡਾਊਨ ਵੀ ਕੀਤੇ ਨੇ, ਉਸ ਦੇ ਬਾਵਜੂਦ ਵੀ ਇਹ ਜਿਹੜਾ ਜੇਲੀ ਆਮਲਾਂ ਦਾ ਕੰਮ ਹੈ ਰੂਜ ਤੇ ਪਾਇਆ ਜਾਂਦਾ ਪਿਆ। ਹਾਲ ਹੀ ਦੇ ਵਿੱਚ NCCIA ਨੇ ਵੀ ਕਈ ਸਾਰੇ ਜਿਹੜੇ ਜੇਲੀ ਆਮਲ ਨੇ ਉਹਨਾਂ ਨੂੰ ਫੜਿਆ, ਉਸ ਤੋਂ ਬਾਅਦ ਉਹਨਾਂ ਨੂੰ ਇੰਜਾਮ ਤੱਕ ਪਹੁੰਚਾਇਆ ਹੈ। ਲੇਕਿਨ ਉਸ ਦੇ ਬਾਵਜੂਦ ਵੀ ਸਾਡਾ ਜਿਹੜਾ ਮਾਸ਼ਰਾ ਹੈ, ਬੜੀ ਅਫਸੋਸ ਦੀ ਗੱਲ ਹੈ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਜੇਲੀ ਅਮਲ ਨੇ, ਜਿਹੜੇ ਜੇਲੀ ਜਾਦੂ ਟੂਣਾ ਕਰਦੇ ਨੇ, ਉਹਨਾਂ ਦੀਆਂ ਗੱਲਾਂ ਤੇ ਬੁੜੀਆਂ ਯਕੀਨ ਕਰ ਲੈਂਦੀਆਂ ਨੇ। ਉਸ ਤੋਂ ਬਾਅਦ ਉਹਨਾਂ ਦੇ ਕੋਲ ਜਾਂਦੀਆਂ ਨੇ, ਫਿਰ ਉਹਨਾਂ ਨੂੰ ਪੈਸੇ ਵੀ ਖਵਾਉਂਦੀਆਂ ਨੇ, ਆਪਦੀਆਂ ਘਰ ਦੀਆਂ ਮੀਆਂ ਬੀਵੀ ਦੀਆਂ ਸਾਰੀਆਂ ਗੱਲਾਂ ਵੀ ਦੱਸਦੀਆਂ ਨੇ, ਖਾਨਦਾਨ ਦੀਆਂ ਵੀ ਦੱਸਦੀਆਂ ਨੇ। ਫਿਰ ਜਾ ਕੇ ਜਾਦੂ ਟੂਨੇ ਵਾਲਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਜੇਲੀ ਜਿਹੜੀ ਤਵੀਤ ਵਾਲਾ ਕੰਮ ਹੈ ਉਹ ਕੀਤਾ ਜਾਂਦਾ ਹੈ, ਬਣਾ ਕੇ ਦਿੱਤਾ ਜਾਂਦਾ। ਉਸ ਤੋਂ ਬਾਅਦ ਦੱਸਿਆ ਜਾਂਦਾ ਫਲਾਂ ਹੋ ਗਿਆ, ਟਮਕਾਂ ਹੋ ਗਿਆ, ਹੁਣ ਇਹ ਹੋਵੇਗਾ, ਹੁਣ ਉਹ ਹੋਵੇਗਾ। ਇਹ ਗੁਜਰਾਂਵਾਲਾ ਦੇ ਵਿੱਚ ਜਿਹੜਾ ਇੰਤਹਾਈ ਅਫਸੋਸਨਾਕ ਵਾਕਿਆ ਬਣਿਆ, ਇਹਦੇ ਵਿੱਚ ਹੀਨਾ ਪਰਵੇਜ਼ ਬੱਟ ਨੇ CCPO ਗੁਜਰਾਂਵਾਲਾ ਦੇ ਨਾਲ ਮਿਲ ਕੇ ਫੌਰੀ ਤੌਰ ਦੇ ਉੱਤੇ ਵੱਡਾ ਕ੍ਰੈਕਡਾਊਨ ਕੀਤਾ, ਕਾਰਵਾਈ ਕੀਤੀ ਹੈ। ਇਹ ਜਿਹੜਾ ਜੇਲੀ ਅਮਲ ਹੈ, ਦਰਿੰਦਾ ਹੈ, ਇਹਨੂੰ ਫੌਰੀ ਤੌਰ ਤੇ ਫੜ ਲਿੱਤਾ ਗਿਆ ਹੈ। ਇਸ ਤਰ੍ਹਾਂ ਦੇ ਹੋਰ ਵੀ ਕਾਫੀ ਜ਼ਿਆਦਾ ਵਾਕਿਆਤ ਬਣੇ ਨੇ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਵਾਕਿਆਤ ਗਰਦਸ਼ ਕਰਦੇ ਨੇ, ਉਸ ਦੇ ਬਾਵਜੂਦ ਵੀ ਲੋਕ ਬੇਵਕੂਫ ਬਣਨਾ ਨਹੀਂ ਛੱਡਦੇ। ਤੇ ਇਸ ਤਰ੍ਹਾਂ ਦੇ ਜਿਹੜੇ ਜੇਲੀ ਅਮਲ ਨੇ, ਹਕੂਮਤ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣ, ਇਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਣ। ਜਿੱਥੇ ਜਿੱਥੇ ਵੀ ਤੁਹਾਨੂੰ ਜੇਲੀ ਅਮਲ ਨਜ਼ਰ ਆਵਣ, ਇਹਨਾਂ ਨੂੰ ਚੁੱਕਣ ਦਾ ਕੰਮ ਕੀਤਾ ਜਾਵੇ। ਤੇ ਨਾਲ ਨਾਲ ਹੀਨਾ ਪਰਵੇਜ਼ ਬੱਟ ਇਹ ਵੀ ਗੁਜ਼ਾਰਿਸ਼ ਕਰਦੀਆਂ ਪਈਆਂ ਨੇ ਕਿ ਜਿੰਨੇ ਵੀ ਜੇਲੀ ਅਮਲ ਬੈਠੇ ਹੋਏ ਨੇ ਜਗ੍ਹਾ ਜਗ੍ਹਾ ਦੇ ਉੱਤੇ, ਅਗਰ ਤੁਹਾਨੂੰ ਕਿਸੇ ਜਗ੍ਹਾ ਤੇ ਵੀ ਕੋਈ ਨਜ਼ਰ ਆਵੇ ਤੇ ਫੌਰੀ ਤੌਰ ਦੇ ਉੱਤੇ 15 ਦੇ ਉੱਤੇ ਕਾਲ ਕੀਤੀ ਜਾਵੇ, ਮੁਤਲਕਾ ਥਾਣੇ ਨੂੰ ਤਲਾਹ ਦਿੱਤੀ ਜਾਵੇ, ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਕੀਮਤੀ ਜਾਨਾਂ ਬਚ ਜਾਣ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਸਾਡਾ ਜਿਹੜਾ ਮਾਸ਼ਰਾ ਹੈ ਸਿਰਫ ਔਰ ਸਿਰਫ ਜੇਲੀ ਆਮਲਾਂ ਦੇ ਵੱਲੇ ਜਾਂਦਾ ਪਿਆ, ਜੇਲੀ ਪੀਰਾਂ ਦੇ ਕੋਲ ਜਾਂਦਾ ਪਿਆ, ਜਿੱਥੇ ਜਾ ਕੇ ਸਿਰਫ ਲਟੀਜਨ ਦਾ ਕੰਮ ਕਰਦਾ ਪਿਆ। ਅੱਲਾਹ ਤਾਲਾ ਦੀ ਜਿਹੜੀ ਜ਼ਾਤ ਹੈ ਸਭ ਤੋਂ ਵੱਡੀ ਜ਼ਾਤ ਹੈ, ਇਬਾਦਤ ਕਰਨੀ ਚਾਹੀਦੀ ਹੈ, ਅੱਲਾਹ ਤਾਲਾ ਨੂੰ ਯਾਦ ਕਰਨਾ ਚਾਹੀਦਾ ਹੈ, ਵਾਲदैन ਦੀਆਂ ਦੁਆਵਾਂ ਲੈਣੀਆਂ ਚਾਹੀਦੀਆਂ ਨੇ। ਤੇ ਇਸ ਤਰ੍ਹਾਂ ਦੇ ਜਿਹੜੇ ਜੇਲੀ ਅਮਲ ਨੇ ਉਹਨਾਂ ਕੋਲ ਜਾਣ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ। ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਵਾਲदैन ਦੀਆਂ ਦੁਆਵਾਂ ਨੇ। ਵਾਲदैन ਦੀਆਂ ਦੁਆਵਾਂ ਲਵੋ, ਘਰ ਵਾਲਿਆਂ ਦੇ ਨਾਲ ਮੁਖਲਸ ਬਣ ਕੇ ਰਵੋ, ਤੇ ਤੁਹਾਨੂੰ ਇਸ ਤਰ੍ਹਾਂ ਦੇ ਜੇਲੀ ਪੀਰਾਂ ਦੀ ਆਮਲਾਂ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਮਾਸੂਮ ਬੱਚੀ ਨੂੰ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ, ਉਹਦੀ ਜਾਨ ਖਤਰੇ ਤੋਂ ਬਾਹਰ ਹੈ। ਲੇਕਿਨ ਬੜਾ ਦਿਲ ਖਰਾਸ਼ ਵਾਕਿਆ ਹੈ। ਹੀਨਾ ਪਰਵੇਜ਼ ਬੱਟ ਨੇ ਦੱਸਿਆ ਹੈ ਕਿ ਹੁਣ ਜਿਹੜੀ ਬੱਚੀ ਹੈ ਇਨਸ਼ਾਅੱਲਾ ਬਹੁਤ ਜਲਦ ਸਿਹਤਯਾਬ ਹੋ ਕੇ ਘਰ ਚਲੀ ਜਾਵੇਗੀ। ਮੁਕੱਦਮਾ ਵੀ ਦਰਜ ਕਰ ਲਿੱਤਾ ਗਿਆ ਤੇ ਜੇਲੀ ਜਿਹੜਾ ਅਮਲ ਸੀ,
ਜਿਹੜਾ ਕਾਲਾ ਇਲਮ ਤੇ ਜਿन्नात ਦਾ ਦੱਸਦਾ ਪਿਆ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਇਹ ਬੜਾ ਦਿਲ ਖਰਾਸ਼ ਵਾਕਿਆ ਹੈ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ। ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇ ਦੀ ਮੁਲਾਕਾਤ। ਉਦੋਂ ਤੱਕ ਅੱਲਾ ਨਿਗਹਿਬਾਨ। ਵੇਖਦੇ ਰਹੋ ਲਾਹੌਰ ਡਿਜੀਟਲ।